ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਤੁਧ ਆਗੈ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮੇਸ਼ਰ ਜੀ ਦਾ ਕੋਟਾਨ ਕੋਟ ਵਾਰ ਧੰਨਵਾਦ ਹੈ, ਸ਼ੁਕਰ ਹੈ। ਸੇਵਾ ਦਾ ਸੁਭਾਗ ਸਮਾਂ ਮਿਲਿਆ, ਆਪੋ ਆਪਣਾ ਆਵਾ ਗਵਣ ਮਿਟਾਉਣ ਵਾਸਤੇ ਉਹਦੀ ਯਾਦ ਦੇ ਵਿੱਚ ਦੁਨੀਆ ਦੇ ਸਾਂਝੇ ਰਹਿਬਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰਦੇਵ ਦੀ ਸ਼ਰਨ ਦੇ ਵਿੱਚ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਜਿਨ੍ਹਾਂ ਜਿਨ੍ਹਾਂ ਨੂੰ ਵੀ ਇਹ ਘੜੀਆਂ ਮਿਲੀਆਂ ਨੇ, ਇਹ ਮਹਾਨ ਕੁੰਭ ਪ੍ਰਾਪਤ ਹੋਏ ਨੇ, ਸਭ ਧੰਨਤਾ ਦੇ ਯੋਗ ਨੇ। ਦਾਤੇ ਦੀ ਕਿਰਪਾ ਦੇ ਨਾਲ ਲੜੀਵਾਰ ਕਥਾ ਵਿਚਾਰ ਸੇਵਾ ਸਿਮਰਨ ਬਾਣੀ ਦੇ ਜਾਪ ਕਰਨ ਸੁਣਨ ਦੇ ਪਲ ਸਾਨੂੰ ਪ੍ਰਾਪਤ ਹੋਏ ਹਨ। ਸੋ ਆਓ ਗੁਰਮੁਖੋ, ਜਿੰਨਾ ਕੁ ਸਮਾਂ ਸਤਿਗੁਰੂ ਬਖਸ਼ਦੇ ਨੇ ਕੋਸ਼ਿਸ਼ ਕਰੀਏ ਸਤਿਗੁਰਾਂ ਦੀ ਅਗਾਧ ਬੋਧ ਗੁਰਬਾਣੀ ਦੀ ਵਿਚਾਰ ਜਿਹੜੀ ਹੈ ਉਹਨੂੰ ਅੰਦਰੋਂ ਵਿਚਾਰੀਏ, ਭਾਵ ਮਨ ਕਰਕੇ, ਤੇ ਮਨ ਕਰਕੇ ਸੁਣੀਏ, ਮਨ ਕਰਕੇ ਸੁਣਾਈਏ, ਹਿਰਦੇ ਵਸਾਈਏ। ਕੱਲ ਜੋ ਵਿਚਾਰਿਆ ਸੀ ਕਹਿੰਦੇ ਦੇਵੀ ਦੇਵਤੇ, ਸ਼ਿਵ ਜੀ ਦੇ ਗਣ, ਵਿਸ਼ਨੂੰ ਦੇ ਗਣ, ਗੰਧਰਵ ਜਿਹੜੇ ਨੇ ਇੰਦਰਪੁਰੀ ਦੇ ਵਿੱਚ ਨਾਚ ਗਾਣੇ ਕਰਦੇ ਆ, ਜਿਹੜੇ ਰਿਸ਼ੀ ਮੁਨੀ, ਸੇਖ, ਪੀਰ, ਸਲਾਰਕੀਏ, ਸਰਦਾਰ ਜੋ ਵੀ ਨੇ,
ਦਰ ਕੂਚ ਕੂਚਾ ਕਰ ਗਏ, ਅਵਰ ਪੇ ਚੱਲਣ ਹਾਰ। ਹੋਰ ਬਹੁਤ ਨੇ, ਕੇਵਲ ਇਹੀ ਨਹੀਂ, ਇਤਿਆਦਿਕ ਸਭ ਹੀ ਚਲੇ ਜਾਣ ਵਾਲੇ ਨੇ। ਸੰਸਾਰ ਰੂਪੀ ਦਰਵਾਜ਼ਾ ਜਿਹੜਾ ਹੈ, ਇਹਦੇ ਵਿੱਚੋਂ ਉਹਨਾਂ ਨੇ ਇੱਕ ਦਿਨ ਚਲਾਣਾ ਕਰ ਜਾਣਾ। ਕਈ ਚਲਾਣਾ ਕਰ ਗਏ, ਕੀ ਕਰ ਰਹੇ ਨੇ, ਜੋ ਅਜੇ ਅਸੀਂ ਜਿਉਂਦੇ ਹਾਂ, ਸਾਡੇ ਸਵਾਸ ਚੱਲਦੇ ਨੇ, ਉਹਨਾਂ ਨੇ ਵੀ ਉਡਾਰੀ ਲਾ ਦੇਣੀ ਆ। ਸਭ ਮਿਰਤੂ ਨੂੰ ਪ੍ਰਾਪਤ ਹੋਣ ਵਾਲੇ ਨੇ। ਅਗਲੇ ਬਚਨ ਮਹਾਰਾਜ ਕਹਿੰਦੇ ਆ, ਸੁਲਤਾਨ ਖਾਨ ਮਲੂਕ ਉਮਰੇ, ਗਏ ਕਰ ਕਰ ਕੂਚ। ਸੁਲਤਾਨ ਕਹੀਏ ਚੱਕਰ ਵਰਤੀ ਬਾਦਸ਼ਾਹ ਬੜੇ ਹੋਏ ਨੇ। ਖਾਨ ਕਹੀਏ ਅਮੀਰ, ਮੁਸਲਮਾਨਾਂ ਦੇ ਪਠਾਨਾਂ ਵਿੱਚ ਸਰਦਾਰ। ਮਲੂਕ ਕਹੀਏ ਬਲੋਚਾਂ ਦੇ ਨੰਬਰਦਾਰ। ਉਮਰੇ ਕਹੀਏ ਉਮਰਾਬ ਭਾਵ ਬਾਦਸ਼ਾਹ ਦੇ ਵਜ਼ੀਰ। ਹੋਰ ਬਹੁਤ ਸਾਰੇ ਹੀ ਦੁਨੀਆ ਵਿੱਚੋਂ ਕੂਚ ਕਰ ਕਰਕੇ ਉਡਾਰੀ ਲਾ ਕੇ ਚਲੇ ਗਏ। ਘੜੀ ਮੋਹਤ ਕੇ ਚੱਲਣਾ, ਦਿਲ ਸਮਝ ਤੂੰ ਪੇ ਪਹੁੰਚ। ਭਾਈ ਤੂੰ ਸਮਝਣਾ ਕਰ, ਘੜੀ ਕੇ ਕਹੀਏ ਜਾਂ ਮੋਹਤ ਅੱਧੀ ਘੜੀ ਨੂੰ, ਇੱਕ ਘੜੀ ਜਾਂ ਅੱਧੀ ਘੜੀ ਨੂੰ ਸੰਸਾਰ ਤੋਂ ਚਲੇ ਜਾਣਾ। ਕੋਈ ਭਰੋਸਾ ਨਹੀਂ ਕਿਹਦੀ ਸਾਡੀ ਆਪਸ ਦੇ ਵਿੱਚ ਮੁਲਾਕਾਤ ਆਖਰੀ ਹੋਵੇ, ਕੋਈ ਪਤਾ ਨਹੀਂ ਲੱਗਦਾ। ਸਾਹਾਂ ਦੀ ਡੋਰ ਬੜੀ ਕੱਚੀ ਹੈ, ਕਿਸੇ ਟਾਈਮ ਵੀ ਟੁੱਟ ਸਕਦੀ ਹੈ, ਟੁੱਟੂਗੀ, ਸੱਚ ਹੈ। ਬੰਦਾ ਹੱਸ ਖੇਡ ਕੇ ਜ਼ਿੰਦਗੀ ਜਿਉਂ ਲੇ, ਐਵੇਂ ਵਾਧੂ ਦੀ ਮੈਂ ਮੇਰੀ ਆ, ਕੀ ਲਿਜਾਣਾ ਕਰਮ ਨੇ। ਮਹਾਰਾਜ ਕਹਿੰਦੇ ਘੜੀ ਨੂੰ, ਅੱਧੀ ਘੜੀ ਨੂੰ ਚਲੇ ਜਾਣਾ। ਇਸ ਕਰਕੇ ਤੂੰ ਵੀ ਬੰਦਿਆ ਆਪਣੇ ਦਿਲ ਕਹੀਏ, ਦਿਲ ਸਮਝ ਤੂੰ ਵੀ ਪਹੁੰਚ ਕਹੀਏ, ਹਿਰਦੇ ਵਿੱਚ ਸਮਝ ਕੇ ਚੱਲ ਕਿ ਮੈਂ ਵੀ ਪਰਲੋਕ ਵਿੱਚ ਪਹੁੰਚਣਾ। ਗੱਲਾਂ ਕਰਨੀਆਂ ਸੌਖੀਆਂ ਨੇ, ਇਹ ਮੰਨਣਾ, ਅੰਦਰ ਧਾਰਨਾ, ਵਸਾ ਲੈਣਾ ਵੀ ਹਾਂ ਉਡਾਰੀ ਲਾਉਣੀ ਆ, ਇਹ ਕਰੋੜਾਂ 'ਚ ਇੱਕ ਅੱਧਾ ਹੈ। ਨਹੀਂ ਬੰਦਾ ਚੇਤੇ ਨਹੀਂ ਹੈ। ਭਾਵ ਦੂਰ ਗਵਨ ਸ੍ਰੀ ਉੱਪਰ ਮਰਨਾ। ਰਸਤੇ ਬੜੇ ਲੰਮੇ ਹੋਣੇ ਨੇ, ਅਖੀਰ ਸਾਡਾ ਸਿਰ ਤੇ ਆ। ਸਬਦਹਾ ਮਾਏ ਬਖਾਣੀਐ, ਬਿਰਲਾ ਤਾਂ ਬੂਝੈ ਕੋਇ। ਕਹਿੰਦੇ ਜੋ ਵੇਦਾਂ ਦੇ ਸ਼ਬਦਾਂ ਭਾਵ ਸ਼ਬਦਾਂ ਵਿੱਚ ਬਖਾਣੀਏ ਕਹੀਏ ਕਥਨ ਕਰੀਂਦਾ, ਉਸਨੂੰ ਕੋਈ ਵਿਰਲਾ ਹੀ ਧਾਰਨ ਕਰਦਾ ਹੈ। ਸ਼ਬਦਾਂ ਕਹੀਏ ਵਿਆਹ ਕਰਨਾ ਤਾਈਂ ਕਥਨ ਕਰੀਏ, ਕੋਈ ਵਿਰਲਾ ਹੀ ਸ਼ਬਦ ਸ਼ਾਸਤਰਾਂ ਦੁਆਰਾ ਸਮਝਦਾ ਹੈ। ਸ਼ਬਦਾਂ ਕਹੀਏ ਸਾਰੀਆਂ ਰਾਤਾਂ ਵਿੱਚ, ਰਾਹ ਕਹੀਏ ਦਿਨਾਂ ਵਿੱਚ, ਮਾਹ ਕਹੀਏ ਮਹੀਨਿਆਂ ਵਿੱਚ ਉਪਦੇਸ਼ ਹੀ ਕਥਨ ਕਰੀਏ ਤਾਂ ਕੋਈ ਵਿਰਲਾ ਅਧਿਕਾਰੀ ਸਮਝ ਕੇ ਨਿਹਾਲ ਹੋਏਗਾ।
ਕਥਨ ਸਭ ਕਰੀ ਜਾਂਦੇ ਹਾਂ ਅਸੀਂ। ਮੇਰੇ ਵਰਗਾ ਰੋਜ਼ ਕਥਾ ਕਰਦਾ, ਰੋਜ਼ ਬਾਣੀ ਪੜ੍ਹਦਾ, ਇਹ ਬਾਹਰ ਹੈ। ਮੰਨ ਲੈਣਾ, ਧਾਰਨ ਕਰ ਲੈਣਾ, ਇਹ ਔਖਾ ਹੈ। ਸੱਚ ਕਰਕੇ ਜਾਣਨਾ। ਵਿਰਲਾ ਤਾਂ ਬੁੱਝੈ ਕੋਇ, ਕੋਈ ਵਿਰਲੇ ਹੀ ਬੁੱਝਦਾ ਹੈ। ਹੈਣ ਬਿਰਲੇ ਨਾਹੀ ਘਣੇ ਫੈਲ ਫੱਕੜ ਸੰਸਾਰ, ਬਿਰਲੇ ਕੋ ਗੁਰ ਸੋਝੀ ਪਈ, ਭਾਵ ਕਿ ਕੋਈ ਜਾਣੈ ਕਵਨ ਇਹਾਂ ਜਗ ਮੀਤ। ਕੋਈ ਕੋਈ ਬੁੱਝਦਾ, ਕਿਸੇ ਕਿਸੇ ਨੂੰ ਸਮਝ ਆਉਂਦੀ ਆ ਅਸਲੀ ਮਿੱਤਰ ਕੌਣ ਆ, ਅਸਲੀ ਸਾਥੀ ਕੌਣ, ਅਸਲੀ ਸਨੇਹੀ ਕੌਣ ਆ। ਕੋਈ ਕੋਈ ਬਿਰਲਾ ਅਧਿਕਾਰੀ ਹੀ ਇਹ ਸਮਝ ਕੇ ਗਿਆਨ ਪ੍ਰਾਪਤ ਕਰਕੇ ਸ਼ਬਦ ਤੋਂ, ਗੁਰੂ ਤੋਂ ਨਿਹਾਲ ਹੋਏਗਾ। ਤੇ ਮਹਾਰਾਜ ਕਹਿੰਦੇ ਆ, ਨਾਨਕ ਬਖਾਣੈ ਬੇਨਤੀ, ਜਲ ਥਲ ਮਈਲ ਸੋਏ। ਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਅਸੀਂ ਤਾਂ ਬੇਨਤੀ ਹੀ ਕਰਦੇ ਹਾਂ ਕਿ ਉਹ ਪਰਮਾਤਮਾ ਜਲ ਥਲ ਦੇ ਵਿੱਚ, ਖੁਸ਼ਕ ਜਗ੍ਹਾ ਕਹੀਏ, ਮਈਲ ਵਿੱਚ ਵੀ, ਪ੍ਰਿਥਵੀ ਅਤੇ ਅਲਕਈ ਆਕਾਸ਼ ਵਿੱਚ ਵੀ ਵਿਆਪਕ ਹੈ। ਉਸ ਵਿੱਚ ਇੱਕ ਚਿੱਤ ਹੋ ਕੇ ਜੁੜਨਾ ਕਰੋ। ਅੱਲਾਹ ਅਲਖ ਅਗਮ ਕਾਦਰ ਕਰਨ ਹਾਰ ਕਰੀਮ। ਅੱਲਾਹ ਉਹ ਪਾਕ ਪਵਿੱਤਰ ਰੂਪ ਹੈ। ਇਸ ਤਰ੍ਹਾਂ ਅਲਖ ਕਹੀਏ ਲੱਖਣ ਤੋਂ ਰਹਿਤ ਹੈ, ਅਗੰਮ ਕਹੀਏ ਸ਼ਾਸਤਰਾਂ ਕਰਕੇ ਗਮਤਾ ਨਹੀਂ, ਅਤੇ ਮਨ ਦੇ ਸੰਕਲਪਾਂ ਤੇ ਵਿਕਲਪਾਂ ਦਾ ਵਿਸ਼ਾ ਨਹੀਂ, ਭਾਵ ਗਮਤਾ ਤੋਂ ਉਹ ਰਹਿਤ ਹੈ। ਕਾਦਰ ਕਹੀਏ ਕੁਦਰਤ ਦਾ ਮਾਲਕ, ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ, ਪਾਕੀ ਨਾਈ ਪਾਕ। ਉਹ ਕੁਦਰਤ ਦਾ ਮਾਲਕ ਹੈ। ਸਾਰੇ ਜਗਤ ਨੂੰ ਰਚਣ ਵਾਲਾ ਅਤੇ ਕਰਮ ਕਹੀਏ ਬਖਸ਼ਿਸ਼ ਕਰਨ ਵਾਲਾ ਹੈ। ਉਹ ਸਭ ਦੇ ਵਿੱਚ ਵਿਆਪਕ ਹੈ। ਰਚਣ ਵਾਲਾ ਜਿਹੜਾ ਹੈ, ਇਹਨੂੰ ਸਾਜਣ ਵਾਲਾ। ਮਾਟੀ ਏਕ ਅਨੇਕ ਭਾਤ ਕਰ ਸਾਜੀ ਸਾਜਨ ਹਾਰੈ, ਨਾ ਕਛ ਪੋਚ ਮਾਟੀ ਕੇ ਭਾਂਡੈ, ਨਾ ਕਛ ਪੋਚ ਖੰਭਾਰੈ। ਸਾਜਣ ਵਾਲਾ ਇੱਕ ਹੈ, ਉਹ ਸਾਜੇ ਸਾਰੇ ਉਸੇ ਨੇ। ਆਪਾਂ ਮਿੱਟੀ ਇੱਕ ਹੈ, ਭਾਂਡੇ ਵੱਖੋ ਵੱਖਰੇ ਬਣਾਤੇ। ਜਿਸ ਤਰ੍ਹਾਂ ਕੁੰਭਾਰ ਵੀਰ ਭਾਂਡੇ ਬਣਾਉਂਦਾ ਨਾ, ਬਣਾਉਣ ਵਾਲਾ ਤਾਂ ਇੱਕ ਹੈ। ਉਹ ਵੱਖੋ ਵੱਖਰੇ ਭਾਂਡੇ, ਕੋਈ ਛੋਟਾ ਕੋਈ ਵੱਡਾ, ਕੋਈ ਕਿੱਦਾਂ ਦਾ ਕੋਈ ਕਿੱਦਾਂ ਦਾ ਬਣਾ ਦਿੰਦਾ। ਰਚਣ ਵਾਲਾ ਮਾਲਕ ਹੈ। ਸਭ ਦੁਨੀ ਆਵਣ ਜਾਵਣੀ, ਮੁਕਾਮ ਏਕ ਰਹੀਮ। ਕਹਿੰਦੇ ਜੋ ਸਾਰੀ ਦੁਨੀਆ ਹੈ ਨਾ, ਜਿਸ ਦੇ ਵਿੱਚ ਦਵੈਤ ਦੀ ਨੀਂਹ ਹੈ, ਉਹ ਸਾਰੀ ਦੁਨੀਆ ਆਉਣ ਜਾਣ ਵਾਲੀ ਆ। ਜੋ ਇੱਕ ਰਹੀਮ ਰਹਿਮ ਚਿੱਤ ਪਰਮੇਸ਼ਰ ਹੈ, ਉਹ ਹੀ ਸਥਿਤ ਰਹਿਣ ਵਾਲਾ ਹੈ। ਇਸ ਤੋਂ ਬਿਨਾਂ ਨਾ ਕੋਈ ਪਿੱਛੇ ਸਥਿਤ ਸੀ, ਨਾ ਕੋਈ ਅੱਗੇ ਨੂੰ ਸਥਿਤ ਰਹਿਣ ਵਾਲਾ ਹੋਏਗਾ। ਕੇਵਲ ਉਹ ਇੱਕ ਪ੍ਰਮਾਤਮਾ ਹੀ ਅਚਲ ਸਰੂਪ ਹੈ। ਬਾਕੀ ਜੋ ਦੁਨੀਆ ਆ ਰਹੀ ਆ, ਜਾ ਰਹੀ ਆ, ਪੁਰਾਣੇ ਜਾ ਰਹੇ ਨੇ, ਨਵੇਂ ਆ ਰਹੇ ਨੇ। ਤਾਂ ਹੀ ਮਹਾਰਾਜ ਕਹਿੰਦੇ ਆ ਜੀ, ਰੰਗ ਮਾਣ ਲੈ ਪਿਆਰਿਆ, ਜਾਂ ਜੋਬਨ ਨੌ ਹੁਲਾ, ਦਿਨ ਥੋੜੜੇ ਥਕੇ ਭਇਆ ਪੁਰਾਣਾ ਚੋਲਾ। ਦਿਨ ਥੋੜੇ ਰਹਿ ਗਏ ਨੇ, ਸਰੀਰ ਰੂਪੀ ਚੋਲਾ ਪੁਰਾਣਾ ਹੋ ਰਿਹਾ।
ਇਸ ਕਰਕੇ ਬੰਦਿਆ ਜਿੰਨਾ ਟਾਈਮ ਆ ਸਰੀਰ 'ਚ ਨਵੀਂ ਜਾਨ ਆ ਨਾ, ਨਵੀਂ ਜਾਨ ਕਹੀਏ, ਉੱਠ ਸਕਦਾ, ਬਹਿ ਸਕਦਾ, ਇਸ਼ਨਾਨ ਕਰਕੇ ਰੱਬ ਰੱਬ ਕਰ ਸਕਦਾ, ਸੰਗਤ ਵਿੱਚ ਆ ਸਕਦਾ, ਸੇਵਾ ਕਰ ਸਕਦਾ, ਕਰ ਲੈ। ਜਦੋਂ ਭੌਰ ਉੱਡ ਗਿਆ ਕੁਛ ਵੀ ਨਹੀਂ ਰਹਿਣਾ, ਸਮਾਂ ਰਹਿੰਦੇ ਕਰਮ ਕਰ ਲਾ। ਸਭ ਦੁਨੀਆ ਆਵਣ ਜਾਵਣੀ, ਆਉਣ ਜਾਣ ਵਾਲੀ ਹੈ ਦੁਨੀਆ, ਆ ਰਹੀ ਹੈ ਜਾ ਰਹੀ ਹੈ। ਮੁਕਾਮ ਏਕ ਰਹੀਮ, ਇੱਕ ਸਦਾ ਰਹਿਣ ਵਾਲਾ ਪ੍ਰਮਾਤਮਾ ਪਰਮੇਸ਼ਰ ਹੈ। ਮੁਕਾਮ ਤਿਸਨੋ ਆਖੀਐ, ਜਿਸ ਸਿਸਨਾ ਹੋਵੀ ਲੇਖ। ਮੁਕਾਮ ਕਹੀਏ ਸਥਿਤ, ਉਹਨੂੰ ਆਖੀਂਦਾ ਜਿਸ ਸਿਸਨਾ ਹੋਵੀ ਲੇਖ। ਕਹਿੰਦੇ ਜਿਹਦੇ ਸਿਰ ਉੱਤੇ ਜੰਮਣ ਮਰਨ ਦੇ ਹਿਸਾਬ ਦਾ ਲੇਖਾ ਨਾ ਹੋਵੇ, ਉਹ ਸਦਾ ਰਹਿਣ ਵਾਲਾ ਮੰਨੀਏ। ਉਹ ਇੱਕ ਪਰਮੇਸ਼ਰ ਹੀ ਹੈ, ਬਾਕੀ ਸਭ ਦੇ ਸਿਰ ਉੱਤੇ ਲੇਖ ਲਿਖੇ ਹੋਏ ਨੇ। ਭਾਵ ਸਭ ਨਾਲ ਲਿਖਿਆ ਬੁੜੀ ਕਲਾਮ, ਇੱਕ ਪ੍ਰਮਾਤਮਾ ਜਿਹਦੇ ਸਿਰ ਤੇ ਕੋਈ ਲੇਖ ਨਹੀਂ। ਭਾਵ ਜੋ ਜੰਮਣ ਮਰਨ ਵਿੱਚ ਨਹੀਂ ਆਉਂਦਾ। ਬਾਕੀ ਜੋ ਦੁਨੀਆ ਸਾਰਿਆਂ ਦੇ ਮੱਥੇ ਤੇ ਲੇਖਾਂ ਦੀ ਬੁੜੀ ਕਹੀਏ ਵਗੀ ਹੋਈ ਕਲਮ ਹੈ। ਕਰੀ ਲੋ ਕਲਮ ਲਿਖਿਓ ਲੇਖ ਮਾਥੰ, ਦਸ਼ਮੇਸ਼ ਪਿਤਾ ਕਹਿੰਦੇ ਨੇ। ਸਭ ਦੇ ਮੱਥੇ ਤੇ ਲੇਖ ਨੇ। ਅਸਮਾਨ ਧਰਤੀ ਚਲਸੀ ਮੁਕਾਮ ਉਹੀ ਏਕ। ਅਸਮਾਨ ਤੇ ਧਰਤੀ ਵੀ ਚਲੀ ਜਾਏਗੀ, ਕੇਵਲ ਉਹ ਇੱਕ ਪਰਮਾਤਮਾ ਹੀ ਸਥਿਤ ਰਹਿਣ ਵਾਲਾ। ਇਹ ਅਸਮਾਨ ਤਮੋ ਗੁਣ ਰੂਪ ਹੈ, ਅਗਿਆਨ ਵਿੱਚੋਂ ਪੈਦਾ ਹੋਇਆ। ਮਾਇਆ ਦਾ ਇਹ ਤਮੋ ਭਾਵ ਰੂਪ ਹੈ। ਧਰਤੀ ਵੀ ਚਲੀ ਜਾਣੀ ਆ। ਨਿਆਇਕਾਂ ਨੂੰ ਸੰਸਾ ਪੈ ਗਿਆ ਕਿ ਧਰਤੀ ਵੀ ਚਲੀ ਜਾਏਗੀ, ਪਰ ਅਸਮਾਨ ਕਿੱਧਰ ਜਾਏਗਾ? ਪੁਲਾੜ ਤਾਂ ਰਹੇਗਾ ਹੀ। ਵੀ ਆ ਚਲੋ ਜੇ ਧਰਤੀ ਖਤਮ ਹੋ ਗਈ, ਅਸਮਾਨ ਤਾਂ ਰਹਿਣਾ, ਪੁਲਾੜ ਤਾਂ ਰਹੇਗਾ। ਸੁਪਨੇ ਵਿੱਚ ਜਦੋਂ ਇਸ ਤਰ੍ਹਾਂ ਦਾ ਇਤਨਾ ਵੱਡਾ ਅਸਮਾਨ ਵੇਖਦੇ ਆ ਨਾ, ਜਦੋਂ ਜਾਗਦੇ ਆ ਤਾਂ ਕਿੱਧਰ ਚਲਾ ਜਾਂਦਾ? ਪ੍ਰਤੀਤ ਕੀਏ ਪੂਰੀ ਨਾਮੇ ਨਾੜੀ ਵਾਲ ਨਾਲੋਂ ਸੋਮਾ ਹਿੱਸਾ ਬਰੀਕ ਹੈ। ਜਿਸ ਵਿੱਚ ਸੁਪਨਾ ਆਉਂਦਾ ਹੈ, ਉਸ ਵਿੱਚ ਜੀਵ ਇਤਨੇ ਪਹਾੜ, ਭਾਵ ਕਿੰਨੀ ਦੁਨੀਆ, ਕਿੰਨਾ ਵੱਡਾ ਆਕਾਸ਼, ਕਿੰਨਾ ਵੱਡਾ ਸਮੁੰਦਰ ਬਣਾ ਲੈਂਦਾ ਹੈ। ਜਦੋਂ ਜਾਗਦੇ ਨੇ ਤਾਂ ਕੋਈ ਚੀਜ਼ ਨਹੀਂ ਰਹਿੰਦੀ। ਇਹਨਾਂ ਸੂਖਮ ਵਿੱਚ ਅਸਥੂਲ ਪ੍ਰਤੀਤ ਹੁੰਦਾ ਹੈ। ਇਸ ਪ੍ਰਕਾਰ ਜੋ ਚੇਤਨ ਬ੍ਰਹਮ ਆਕਾਸ਼ ਦੀ ਨਿਆਈ ਪ੍ਰਤੀਤ ਹੁੰਦਾ ਹੈ ਕਿ ਜਦੋਂ ਫੁਰਨਾ ਰੋਕ ਲਿਆ, ਜਿਵੇਂ ਸਮਾਨ ਪਹਿਲਾਂ ਵੀ ਹੈ ਨਹੀਂ ਸੀ ਤੇ ਫਿਰ ਵੀ ਨਹੀਂ ਰਹੇਗਾ, ਇਸ ਤਰ੍ਹਾਂ ਨਿਆਇਕਾਂ ਨੂੰ ਇਹ ਸੰਸਾ ਨਹੀਂ ਰੱਖਣਾ ਚਾਹੀਦਾ। ਉਹ ਇੱਕ ਪਰਮਾਤਮਾ ਹੀ ਅਸਥਿਤ ਮੁਕਾਮ ਭਾਵ ਰਹਿਣ ਵਾਲਾ ਹੈ। ਹੋਰ ਕੋਈ ਵੀ ਦੁਨੀਆ ਵਿੱਚ ਸਦਾ ਸਥਿਰ ਰਹਿਣ ਵਾਲਾ ਨਹੀਂ ਹੈ। ਕੋਈ ਐਸੀ ਜਗ੍ਹਾ ਨਹੀਂ ਜੋ ਸਦਾ ਰਵੇ। ਗੁਰੂ ਨਾਨਕ ਸਾਹਿਬ ਜੀ ਪਾਣੀਪਤ ਗਏ, ਉਥੇ ਇੱਕ ਫਕੀਰ ਮਿਲਿਆ, ਸੇਖ ਸਰਫ। ਇੱਕ ਸਮਝਣ ਦਾ ਨੁਕਤਾ, ਉਹ ਫਕੀਰ ਮਿਲਿਆ ਨਾ, ਉਹਨੇ ਚਲੋ ਆਓ ਭਗਤ ਕੀਤੀ ਗੁਰੂ ਸਾਹਿਬ ਜੀ ਦੀ ਤੇ ਪੁੱਛਣਾ ਕੀਤਾ, ਐ ਨਾਨਕ ਨਿਰੰਕਾਰ
ਆ ਦੁਨੀਆ 'ਚ ਤੁਹਾਡਾ ਕਿਹੜਾ ਪਿੰਡ ਆ, ਘਰ ਕਿੱਥੇ ਆ ਤੁਹਾਡਾ? ਉਹ ਫਾਰਸੀ ਬੋਲਦੇ ਸੀ, ਕਹਿੰਦੇ ਤੁਰਾ ਮੁਕਾਮ ਕੁਜਾਂ, ਤੁਹਾਡਾ ਮੁਕਾਮ ਕਿੱਥੇ ਆ, ਕਿੱਥੇ ਰਹਿੰਦੇ ਹੋ? ਗੁਰੂ ਨਾਨਕ ਸਾਹਿਬ ਆਖਣ ਲੱਗੇ, ਫਕੀਰ ਜੀ ਸਾਡਾ ਕੋਈ ਘਰ ਨਹੀਂ, ਸਾਡਾ ਕੋਈ ਪਿੰਡ ਨਹੀਂ, ਕਿਤੇ ਸਾਡਾ ਮਕਾਨ ਨਹੀਂ ਹੈ। ਕਹਿੰਦੇ ਝੂਠ ਬੋਲਦਾ, ਇੰਨਾ ਵੱਡਾ ਤੂੰ ਰੱਬ ਦਾ ਪੈਗੰਬਰ ਹੈ, ਨਿਰੰਕਾਰ ਸਰੂਪ ਹੈ, ਕਿਤੇ ਨਾ ਕੋਈ ਤੇ ਜਿਵੇਂ ਆਪਣਾ ਕੋਈ ਨਾ ਕੋਈ ਤਾਂ ਪਿੰਡ ਘਰ ਹੈ ਨਾ, ਪਤਾ ਹੀ ਆਪਾਂ ਨੂੰ। ਗੁਰੂ ਨਾਨਕ ਕਹਿੰਦੇ ਕਿਤੇ ਨਹੀਂ। ਕਿਉਂ ਨਹੀਂ? ਫਿਰ ਮਹਾਰਾਜ ਨੇ ਜਵਾਬ ਦਿੱਤਾ ਉਹਨੂੰ, ਕਹਿੰਦੇ ਫਕੀਰ ਜੀ ਐਸੀ ਜਗ੍ਹਾ ਦੱਸੋ ਜਿਹੜੀ ਸਦਾ ਥਿਰ ਰਹਿਣ ਵਾਲੀ ਆ, ਜਿਹੜੀ ਖਤਮ ਨਹੀਂ ਹੋਏਗੀ, ਜਿੱਥੇ ਮੈਂ ਆਪਣਾ ਮਕਾਨ ਬਣਾ ਲਾਂ। ਭਾਵ ਕਿ ਦਿਨ ਰੱਬ ਚਲੈ, ਨਿਸ ਸਸ ਚਲੈ, ਤਾਰਕਾ ਲੱਖ ਪਲੋਏ। ਦਿਨੇ ਸੂਰਜ ਤੁਰਿਆ ਜਾਂਦਾ ਹੈ, ਰਾਤ ਨੂੰ ਚੰਦਰਮਾ ਵੀ ਤੁਰਿਆ ਜਾਂਦਾ ਹੈ, ਤਾਰਕਾ ਲੱਖ ਪਲੋਏ, ਧਰਤੀ ਤਾਰਕਾ ਮੰਡਲ ਤੁਰੇ ਜਾਂਦੇ ਨੇ, ਮੁਕਾਮ ਉਹੀ ਏਕ ਹੈ, ਨਾਨਕਾ ਸੱਚ ਭਗੋਏ। ਰਹਿਣ ਵਾਲਾ ਇੱਕ ਮਾਲਕ ਹੈ, ਆਪਣੇ ਚੋਂ ਕੋਈ ਇੱਥੇ ਰਹਿਣ ਵਾਲਾ ਨਹੀਂ। ਕੋਈ ਐਸੀ ਜਗ੍ਹਾ ਨਹੀਂ ਜਿੱਥੇ ਮੈਂ ਮਕਾਨ ਬਣਾ ਲਾਂ, ਘਰ ਬਣਾ ਲਾਂ, ਜਿਹੜੀ ਸਦਾ ਥਿਰ ਰਵੇ। ਇਹ ਤਾਂ ਹਰ ਇੱਕ ਚੀਜ਼ ਖਤਮ ਹੋ ਜਾਣੀ ਆ ਸਮੇਂ ਦੇ ਨਾਲ, ਹਰ ਇੱਕ ਚੀਜ਼ ਦੀ ਉਮਰ ਹੈ। ਭਾਵ ਦ੍ਰਿਸ਼ਟਮਾਨ ਹੈ ਸਗਲ ਮਥੇਨਾ, ਅੱਖਾਂ ਨਾਲ ਦਿਖਣ ਵਾਲੀ ਹਰ ਇੱਕ ਚੀਜ਼ ਖਤਮ ਹੋਏਗੀ। ਸੂਰਜ ਹੈ, ਚੰਦਰਮਾ ਹੈ, ਧਰਤੀ ਹੈ, ਆ ਤਾਰਾ ਮੰਡਲ, ਪਹਾੜ ਨੇ, ਦਰਖਤ ਨੇ, ਜੋ ਵੀ ਆ ਸਭ ਅੱਖਾਂ ਨਾਲ ਦੇਖਣ ਵਾਲੀ ਹਰ ਇੱਕ ਸ਼ੈ ਖਤਮ ਹੋ ਜਾਣੀ ਹੈ। ਆਓ ਜੀ ਰਹਿੰਦੀ ਵਿਚਾਰ ਅੱਗੇ ਵਿਚਾਰਾਂਗੇ। ਹੋਈਆਂ ਭੁਲਾਂ ਤੋਂ ਖਿਮਾ। ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਦਿਵਸ ਰਾਤ ਦੋਇ ਦਾਈ ਦਾਇਆ, ਚੰਗਿਆਈਆਂ ਬੁਰਿਆਈਆਂ ਕਰਮੀ ਆਪੋ ਆਪਣੀ, ਜਿਨੀ ਨਾਮ ਤੇ ਆਇਆ ਨਾਨਕ ਤੇ ਮੁਖ ਉਜਲੇ। ਜਿਨੀ ਨਾਮ ਤੇ ਆਇਆ ਨਾਨਕ ਤੇ ਮੁਖ ਉਜਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ